Hello everyone, Jitinder here. Welcome to my channel Nanak Gyan. Subject is MOP. Today we are cover topic Departments of an Office. ਅੱਜ ਅਸੀਂ ਗੱਲ ਕਰਾਂਗੇ Departments of an Office. ਕਹਿੰਦੇ Department of an Office ਦੇ ਵਿੱਚ ਕੀ ਹੁੰਦਾ ਹੈ? ਕਹਿੰਦੇ ਜਿਹੜੀ ਡਿਪਾਰਟਮੈਂਟੇਸ਼ਨ ਹੈ ਉਹਦਾ ਮਤਲਬ ਹੈ ਕਿ ਲਾਰਜ ਫੰਕਸ਼ਨ ਨੂੰ ਸਮਾਲ 'ਚ ਕਨਵਰਟ ਕਰਨਾ ਹੈ ਕਿ ਜਿਹੜੇ ਸਾਡੇ ਵੱਡੇ ਵੱਡੇ ਫੰਕਸ਼ਨ ਨੇ ਉਹਨਾਂ ਨੂੰ ਅਸੀਂ ਕੀ ਕਰਨਾ ਹੈ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਡਿਵਾਈਡ ਕਰ ਲੈਣਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ ਕਹਿੰਦੇ ਸਾਨੂੰ ਇਹਦੀ ਜ਼ਰੂਰਤ ਕਿਉਂ ਪੈਂਦੀ ਹੈ ਕਿਸੇ ਵੀ ਟਾਸਕ ਨੂੰ ਈਜ਼ੀ ਕਰਨ ਦੇ ਲਈ ਅਤੇ ਸਿੰਪਲ ਬਣਾਉਣ ਦੇ ਲਈ। ਉਸ ਵਾਸਤੇ ਅਸੀਂ ਯੂਜ਼ ਕਰਦੇ ਹਾਂ ਡਿਪਾਰਟਮੈਂਟੇਸ਼ਨ ਆਫ ਦਾ ਆਫਿਸ। ਕਹਿੰਦੇ ਡਿਪਾਰਟਮੈਂਟੇਸ਼ਨ ਦਾ ਮਤਲਬ ਕੀ ਹੈ ਕਿਸੇ ਵੀ ਲਾਰਜ ਫੰਕਸ਼ਨ ਨੂੰ ਅਸੀਂ ਕੀ ਕਰਨਾ ਹੈ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਡਿਵਾਈਡ ਕਰ ਲੈਣਾ ਹੈਗਾ ਤਾਂ ਜੋ ਜਿਹੜੀ ਸਾਡੀ ਪ੍ਰੋਬਲਮ ਹੈ ਜਾਂ ਕੋਈ ਵੀ ਕੰਮ ਹੈ ਉਹਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡ ਕੇ ਅਸੀਂ ਸੋਲਵ ਕਰ ਸਕੀਏ। ਕਹਿੰਦੇ ਡਿਪਾਰਟਮੈਂਟੇਸ਼ਨ ਦੀ ਜ਼ਰੂਰਤ ਸਾਨੂੰ ਕਾਹਦੇ ਵਾਸਤੇ ਹੈ ਕਿਸੇ ਵੀ ਕੰਮ ਨੂੰ ਕਰਨਾ ਹੈ ਈਜ਼ੀ ਜਾਂ ਫਿਰ ਸਿੰਪਲ ਬਣਾਉਣ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਕੀ ਹੈਗਾ ਜੀ ਕਹਿੰਦੇ ਕਿਸੇ ਵੀ ਐਕਟੀਵਿਟੀ ਨੂੰ ਅਸੀਂ ਵਧੀਆ ਢੰਗ ਦੇ ਨਾਲ ਯੂਜ਼ ਕਰ ਸਕੀਏ ਜਾਂ ਉਹਨਾਂ ਨੂੰ ਐਕਸਪਲੇਨ ਕਰ ਸਕੀਏ ਵਧੀਆ ਢੰਗ ਦੇ ਨਾਲ ਤਾਂ ਉਹਦੇ ਵਾਸਤੇ ਵੀ ਅਸੀਂ ਯੂਜ਼ ਕਰਦੇ ਹਾਂ ਡਿਪਾਰਟਮੈਂਟੇਸ਼ਨ ਆਫ ਐਨ ਆਫਿਸ। ਥਰਡ ਹੈਗਾ ਕੰਟਰੋਲ ਕਰਨ ਦੇ ਲਈ ਅਸੀਂ ਇਸ ਨੂੰ ਯੂਜ਼ ਕਰਦੇ ਹਾਂ ਕਿ ਕਿੰਨੇ ਸਾਡੇ ਨੰਬਰ ਆਫ ਇੰਪਲੋਏ ਕੰਮ ਕਰ ਰਹੇ ਨੇ ਆਪਣੇ ਫੀਲਡ ਨੂੰ ਕਿਸ ਤਰ੍ਹਾਂ ਉਹ ਸੰਭਾਲ ਰਹੇ ਨੇਗੇ ਤਾਂ ਉਹਦੇ ਵਾਸਤੇ ਅਸੀਂ ਯੂਜ਼ ਕਰਦੇ ਹਾਂ ਡਿਪਾਰਟਮੈਂਟੇਸ਼ਨ ਆਫ ਐਨ ਆਫਿਸ। ਬੁੱਕ 'ਚ ਦੇਖੋ ਸਭ ਤੋਂ ਪਹਿਲਾਂ ਦੱਸਿਆ ਡਿਪਾਰਟਮੈਂਟੇਸ਼ਨ ਦਾ ਮਤਲਬ ਕੀ ਹੈ ਡਿਵਾਈਡਿੰਗ ਅ ਲਾਰਜ ਐਂਡ ਮੋਨੋਲਿਥਿਕ ਫੰਕਸ਼ਨਲ ਔਰਗੇਨਾਈਜੇਸ਼ਨ ਇਨਟੂ ਸਮੋਲਰ। ਅਸੀਂ ਕੀ ਕਰਨਾ ਹੈਗਾ ਡਿਵਾਈਡ ਕਰ ਲੈਣਾ ਵੱਡੇ ਫੰਕਸ਼ਨਾਂ ਨੂੰ ਛੋਟੇ ਫੰਕਸ਼ਨਾਂ ਦੇ ਵਿੱਚ ਫਿਜ਼ੀਬਲ ਜਿਹੜੇ ਸਾਡੇ ਯੋਗ ਨੇਗੇ ਐਡਮਿਨਿਸਟ੍ਰੇਟਿਵ ਯੂਨਿਟਸ ਕਿ ਇਸ ਹਿਸਾਬ ਦੀਆਂ ਯੂਨਿਟ ਬਣਾ ਲੈਣੀਆਂ ਨੇ ਜਿਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਸੋਲਵ ਕਰ ਸਕੀਏ ਤਾਂ ਇਹ ਕੰਮ ਕੀ ਹੈ ਡਿਪਾਰਟਮੈਂਟੇਸ਼ਨ ਆਫ ਐਨ ਆਫਿਸ। ਨੈਕਸਟ ਆ ਗਿਆ ਜੀ ਸਾਡਾ ਇਹਦੇ ਵਿੱਚ ਹੀ ਦੱਸਿਆ ਸਾਨੂੰ ਕਿ ਮੀਨਿੰਗ ਅਤੇ ਡੈਫੀਨੇਸ਼ਨ ਕੀ ਹੈ। ਕਹਿੰਦੇ ਡਿਪਾਰਟਮੈਂਟੇਸ਼ਨ ਇਜ਼ ਅ ਮੀਨਸ ਆਫ ਡਿਵਾਈਡਿੰਗ ਅ ਲਾਰਜ ਐਂਡ ਮੋਨੋਲਿਥਿਕ ਫੰਕਸ਼ਨਲ ਔਰਗੇਨਾਈਜੇਸ਼ਨ ਇਨਟੂ ਸਮੋਲਰ ਫਲੈਕਸੀਬਲ ਐਡਮਿਨਿਸਟ੍ਰੇਟਿਵ ਯੂਨਿਟ। ਸੇਮ ਹੈ ਮੀਨਿੰਗ ਅਤੇ ਡੈਫੀਨੇਸ਼ਨ। ਅੱਗੇ ਆ ਗਿਆ ਕਿ ਓਬਜੈਕਟਿਵ ਕੀ ਹੈ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ 3 ਇਹਦੇ ਓਬਜੈਕਟਿਵ ਨੇ ਕਿ ਟਾਸਕ ਨੂੰ ਈਜ਼ੀ ਕਰਨਾ ਹੈ ਅਤੇ ਸਿੰਪਲ ਬਣਾਉਣਾ ਹੈਗਾ। ਸੈਕਿੰਡ ਕੀ ਹੈ ਐਕਟੀਵਿਟੀਆਂ ਦਾ ਵਿਸ਼ੇਸ਼ਕਰਨ ਕਰਨਾ ਹੈ ਕਿ ਕਿਸ ਤਰ੍ਹਾਂ ਕਿਹੜੀ ਐਕਟੀਵਿਟੀ ਨੂੰ ਸਪੈਸ਼ਲ ਬਣਾਉਣਾ ਹੈਗਾ। ਕੰਟਰੋਲ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਕੰਮ ਨੂੰ ਮੈਨੇਜ ਕਰਨਾ ਹੈ। ਨੈਕਸਟ ਸਾਡਾ ਟੋਪਿਕ ਹੈਗਾ ਮੈਥਡਸ ਆਫ ਡਿਪਾਰਟਮੈਂਟੇਸ਼ਨ। ਅਗਲਾ ਟੋਪਿਕ ਹੈ ਸਾਡਾ ਕਿ ਮੈਥਡਸ ਕੀ ਨੇ ਡਿਪਾਰਟਮੈਂਟੇਸ਼ਨ ਦੇ। ਸਭ ਤੋਂ ਪਹਿਲਾਂ ਆ ਗਿਆ ਬਾਏ ਟੈਰੀਟੋਰੀ। ਬਾਏ ਟੈਰੀਟੋਰੀ ਦੇ ਵਿੱਚ ਕੀ ਹੈ ਇਸ ਨੂੰ ਅਸੀਂ ਯੂਜ਼ ਕਰਦੇ ਆਂਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈਗਾ ਕਿ ਟੈਰੀਟੋਰੀ ਹੁੰਦਾ ਕੀ ਹੈ ਰੀਜਨਸ। ਠੀਕ ਹੈ ਜੀ ਟੈਰੀਟੋਰੀ ਦਾ ਮਤਲਬ ਕੀ ਹੈ ਰੀਜਨਸ। ਕਹਿੰਦੇ ਵੀ ਜਿੰਨੇ ਵੀ ਸਾਡੇ ਰੀਜਨ ਨੇ ਅਕੋਰਡਿੰਗ ਟੂ ਡਿਪਾਰਟਮੈਂਟ ਕ੍ਰੀਏਟ ਕਰਨੇ ਨੇ। ਠੀਕ ਹੈ ਜੀ ਜਿੰਨੇ ਵੀ ਸਾਡੇ ਏਰੀਆ ਰੀਜਨ ਨੇਗੇ ਉਹਨਾਂ ਦੇ ਅਕੋਰਡਿੰਗ ਅਸੀਂ ਡਿਪਾਰਟਮੈਂਟ ਨੂੰ ਕ੍ਰੀਏਟ ਕਰਨਾ ਹੈਗਾ ਰੀਜਨ ਦੇ ਅਕੋਰਡਿੰਗ ਡਿਵਾਈਡ ਕਰ ਲੈਣਾ ਹੈਗਾ। ਗੁੱਡਸ ਓਨਲੀ ਉਸ ਡਿਪਾਰਟਮੈਂਟ ਨੂੰ ਸੈਂਡ ਕਰਨਾ ਹੈ ਜਿਹੜਾ ਸਾਨੂੰ ਮੈਂਸ਼ਨ ਹੈ ਸਿਰਫ ਅਸੀਂ ਉਹਨਾਂ ਨੂੰ ਹੀ ਸਮਾਨ ਪਹੁੰਚਾਵਾਂਗੇ ਜਿਹੜੀਆਂ ਸਾਨੂੰ ਮੈਂਸ਼ਨ ਨੇਗੀਆਂ। ਅਸੀਂ ਡਿਪਾਰਟਮੈਂਟ ਬਣਾ ਲਏ ਕਿ ਇਸ ਡਿਪਾਰਟਮੈਂਟ ਨੂੰ ਜਿਵੇਂ ਹੁਣ ਤੁਹਾਡੇ ਕਾਲਜਾਂ ਦੇ ਵਿੱਚ ਹੀ ਲਾ ਲਓ ਸਕੂਲਾਂ ਦੇ ਵਿੱਚ ਲਾ ਲਓ ਕਿ ਆਰਟਸ ਗਰੁੱਪ ਹੈ ਕਮਰਸ ਗਰੁੱਪ ਹੈ ਕਿ ਅਸੀਂ ਡਿਵਾਈਡ ਕਰ ਲੈਣੇ ਨੇ ਕਿਹੜੇ ਗਰੁੱਪ ਨੂੰ ਕੀ ਸਮਾਨ ਦੇਣਾ ਹੈਗਾ। ਤਾਂ ਹੁਣ ਬਾਈ ਟੈਰੀਟੋਰੀ ਦੇ ਵਿੱਚ ਕੀ ਦੱਸਿਆ ਅਸੀਂ ਕਿ ਇਹਨੂੰ ਅਸੀਂ ਉੱਥੇ ਯੂਜ਼ ਕਰਦੇ ਆਂਗੇ ਰੀਜ਼ਨ ਦੇ ਅਕੋਰਡਿੰਗ ਅਸੀਂ ਡਿਪਾਰਟਮੈਂਟਸ ਕ੍ਰੀਏਟ ਕਰਨੇ ਨੇ ਅਤੇ ਗੁੱਡਸ ਅਸੀਂ ਉਹਨਾਂ ਹੀ ਡਿਪਾਰਟਮੈਂਟ ਨੂੰ ਸੈਂਡ ਕਰਾਂਗੇ ਜਿਨ੍ਹਾਂ ਨੂੰ ਅਸੀਂ ਮੈਂਸ਼ਨ ਕੀਤਾ ਹੋਇਆ ਹੈਗਾ। ਸੈਕਿੰਡ ਸਾਡਾ ਆ ਜਾਂਦਾ ਬਾਈ ਪ੍ਰੋਡਕਟ ਮੈਥਡ। ਬਾਈ ਪ੍ਰੋਡਕਟ ਦੇ ਵਿੱਚ ਕੀ ਹੈ ਕਹਿੰਦੇ ਪ੍ਰੋਡਕਟ ਦੇ ਅਕੋਰਡਿੰਗ ਡਿਵਾਈਡ ਕਰਾਂਗੇ ਕਿ ਇਸ ਦੇ ਨਾਲ ਕੰਮ ਕਰਨਾ ਈਜ਼ੀ ਹੋ ਜਾਂਦਾ ਹੈਗਾ ਸਾਡਾ। ਕੋਈ ਵੀ ਕਹਿੰਦੇ ਬਿੱਗ ਮਤਲਬ ਸਾਡੇ ਕੋਲ ਇੰਸਟਰਕਸ਼ਨਸ ਨੇਗੀਆਂ ਜਾਂ ਕੋਈ ਵੀ ਬਿੱਗ ਇੰਸਟੀਟਿਊਸ਼ਨ ਹੈ ਕਹਿੰਦੇ ਉਹਨਾਂ ਨੇ ਅਡੋਪਟ ਕੀਤਾ ਜਾਂਦਾ ਹੈਗਾ ਹੁਣ ਉਹ ਇਹਨਾਂ ਚੀਜ਼ਾਂ ਨੂੰ ਅਡੋਪਟ ਕਰਦੇ ਨੇ ਵੱਡੇ ਵੱਡੇ ਜਿਹੜੇ ਡਿਪਾਰਟਮੈਂਟ ਨੇਗੇ। ਮੀਨਸ ਕੀ ਹੈਗੀ ਕਿ ਕਿਸ ਤੇ ਕਿਸ ਡਿਪਾਰਟਮੈਂਟ ਨੂੰ ਸੈਂਡ ਕਰਨਾ ਅਸੀਂ ਕਿਹੜਾ ਕੰਮ ਕਰਨਾ ਹੈਗਾ ਉਹ ਸਾਰਾ ਅਸੀਂ ਦੇਖਣਾ ਹੈਗਾ ਬਾਈ ਪ੍ਰੋਡਕਟ ਦੇ ਵਿੱਚ ਵੀ ਕਿਹਨੂੰ ਕਿਹੜੇ ਪ੍ਰੋਡਕਟਸ ਦੇਣੇ ਨੇ ਕਿਹੜੇ ਬੋਰਡ ਨੂੰ ਕੀ ਐਗਜ਼ੀਕਿਊਟ ਕਰਵਾਉਣਾ ਹੈਗਾ ਕਿਹੜੇ ਬੋਰਡ ਆਫ ਡਾਇਰੈਕਟਰਸ ਲੱਗੇ ਹੋਏ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਬਾਈ ਪ੍ਰੋਡਕਟ ਦੇ ਅਕੋਰਡਿੰਗ। ਨੈਕਸਟ ਆ ਗਿਆ ਜੀ ਸਾਡਾ ਬਾਈ ਫੰਕਸ਼ਨਸ। ਫੰਕਸ਼ਨ ਦੇ ਅਕੋਰਡਿੰਗ ਦੇ ਵਿੱਚ ਕੀ ਹੈ ਕਿ ਕੰਮ ਦੇ ਆਧਾਰ ਦੇ ਉੱਤੇ ਅਸੀਂ ਦੇਖਣਾ ਹੈਗਾ
ਕਹਿੰਦੇ ਇੱਥੇ ਅਸੀਂ ਕੀ ਕਰਾਂਗੇ, ਕੰਮ ਦੇ ਆਧਾਰ ਤੇ ਡਿਪਾਰਟਮੈਂਟ ਬਣਾਉਣਾ ਹੈਗਾ। ਮਤਲਬ ਕੀ ਹੈ ਕਿ ਕਿਸ ਡਿਪਾਰਟਮੈਂਟ ਨੇ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਕਿਸ ਨੇ ਕਰਨਾ ਹੈਗਾ। ਅਸੀਂ ਦੇਖਣਾ ਵੀ ਕਿਹੜਾ ਡਿਪਾਰਟਮੈਂਟ ਕਿਹੜਾ ਕੰਮ ਕਰੂਗਾ। ਜਿਵੇਂ ਲਾ ਲਓ ਕੋਈ ਕੈਸ਼ ਹੈਗਾ, ਕੋਈ ਫਿਲਿੰਗ ਦਾ ਹੈ ਜਾਂ ਕੋਈ ਲੀਗਲ ਹੈ, ਕੋਈ ਵੀ ਕੰਮ ਹੈ, ਅਸੀਂ ਦੇਖਣਾ ਕਿ ਕਿਹੜੇ ਡਿਪਾਰਟਮੈਂਟ ਨੇ ਕਿਵੇਂ ਕੰਮ ਕਰਨਾ, ਤਾਂ ਕੰਮ ਦੇ ਆਧਾਰ 'ਤੇ ਅਸੀਂ ਡਿਵਾਈਡ ਕਰਾਂਗੇ, ਡਿਪਾਰਟਮੈਂਟੇਸ਼ਨ ਕਰਾਂਗੇ। ਨੈਕਸਟ ਆ ਗਿਆ ਜੀ ਬਾਈ ਨੰਬਰਸ। ਕਹਿੰਦੇ ਕਿਸ ਡਿਪਾਰਟਮੈਂਟ ਦੇ ਵਿੱਚ ਕਿੰਨੇ ਮੈਂਬਰ ਹੋਣੇ ਚਾਹੀਦੇ ਨੇ, ਤੇ ਇਹ ਟਾਈਮ ਦੇ ਨਾਲ ਕਿਸ ਤਰ੍ਹਾਂ ਅਸੀਂ ਇੰਕਰੀਜ਼ ਕਰਨੇ ਨੇ, ਕਿਸ ਤਰ੍ਹਾਂ ਡਿਕਰੀਜ਼ ਕਰਨੇ ਨੇ। ਜਿਸ ਟਾਈਮ ਸਾਨੂੰ ਵੱਧ ਬੰਦਿਆਂ ਦੀ ਲੋੜ ਹੈ ਅਸੀਂ ਉਸ ਟਾਈਮ ਵੱਧ ਲੇਬਰ ਕਰਵਾਉਣੀ ਹੈ ਬੰਦਿਆਂ ਤੋਂ, ਜਿਸ ਟਾਈਮ ਸਾਨੂੰ ਘੱਟ ਲੋੜ ਹੈ ਤਾਂ ਅਸੀਂ ਘੱਟ ਰੱਖਣੇ ਨੇ। ਤਾਂ ਇੱਥੇ ਅਸੀਂ ਕੀ ਗੱਲ ਕਰਾਂਗੇ, ਬਾਈ ਨੰਬਰਸ। ਤਾਂ ਇੱਥੇ ਅਸੀਂ ਕੰਮ ਮਤਲਬ ਕੀ ਹੈ ਕਿ ਨੰਬਰਾਂ ਦੇ ਆਧਾਰ 'ਤੇ ਦੇਖਾਂਗੇ ਕਿ ਡਿਪਾਰਟਮੈਂਟ ਦੇ ਵਿੱਚ ਕਿੰਨੇ ਮੈਂਬਰਾਂ ਦੀ ਸਾਨੂੰ ਲੋੜ ਹੈ, ਕਿੰਨਿਆਂ ਦੀ ਨਹੀਂ ਲੋੜ ਹੈਗੀ। ਤਾਂ ਮੈਂ ਲਾਸਟ ਇੱਕ ਵਾਰੀ ਦੁਬਾਰਾ ਡਿਸਕਸ ਕਰ ਰਹੀ ਹਾਂ ਕਿ ਅੱਜ ਆਪਾਂ ਟੌਪਿਕ ਕੀਤਾ ਹੈ ਡਿਪਾਰਟਮੈਂਟੇਸ਼ਨ ਆਫ ਆਫਿਸ। ਤਾਂ ਡਿਪਾਰਟਮੈਂਟੇਸ਼ਨ ਆਫਿਸ ਦਾ ਮਤਲਬ ਹੈ ਕਿ ਕੋਈ ਵੀ ਲਾਰਜ ਫੰਕਸ਼ਨ ਹੈ ਉਹਨੂੰ ਛੋਟੇ ਭਾਗਾਂ ਦੇ ਵਿੱਚ ਵੰਡ ਲੈਣਾ ਹੈਗਾ, ਅਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਅਸੀਂ ਕਿ ਤਾਂ ਜੋ ਸਾਡੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹ ਈਜ਼ੀ ਤਰੀਕੇ ਦੇ ਨਾਲ ਸੋਲਵ ਹੋ ਸਕੇ। ਡਿਪਾਰਟਮੈਂਟ ਦੀ ਸਾਨੂੰ ਜ਼ਰੂਰਤ ਕਿਉਂ ਪੈਂਦੀ ਹੈ ਕਿ ਕਿਸੇ ਵੀ ਕੰਮ ਨੂੰ ਅਸੀਂ ਈਜ਼ੀ ਤਰੀਕੇ ਦੇ ਨਾਲ ਅਤੇ ਸਿੰਪਲ ਬਣਾਉਣ ਦੇ ਲਈ, ਐਕਟੀਵਿਟੀਆਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਡਿਵਾਈਡ ਕਰਨਾ ਹੈ, ਕੰਟਰੋਲ ਕਰਨ ਦੇ ਲਈ ਕਿ ਸਾਰਾ ਮਤਲਬ ਅਸੀਂ ਜਿੰਨਾ ਵੀ ਕੰਮ ਹੈ ਉਹ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਨੈਕਸਟ ਆ ਗਿਆ ਜੀ ਸਾਡੇ ਮੈਥਡਸ। ਮੈਥਡਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਹੈਗਾ ਬਾਈ ਟੈਰੀਟੋਰੀ। ਬਾਈ ਟੈਰੀਟੋਰੀ ਦੇ ਟੈਰੀਟੋਰੀ ਦੇ ਵਿੱਚ ਕੀ ਹੈਗਾ ਕਿ ਰੀਜ਼ਨ ਦੇ ਆਧਾਰ 'ਤੇ ਅਸੀਂ ਵੰਡਾਂਗੇ ਕਿ ਕਿਸ ਨੂੰ ਕਿੰਨਾ ਏਰੀਆ ਦੇਣਾ ਹੈਗਾ, ਕਿਸ ਏਰੀਏ ਦੇ ਵਿੱਚ ਅਸੀਂ ਕੀ ਸਮਾਨ ਭੇਜਣਾ ਹੈਗਾ। ਸੈਕਿੰਡ ਅਸੀਂ ਕਰਾਂਗੇ ਬਾਈ ਡਿਪਾਰਟਮੈਂਟ। ਡਿਪਾਰਟਮੈਂਟ ਦੇ ਅਕੋਰਡਿੰਗ ਕੀ ਹੈ ਕਿ ਪ੍ਰੋਡਕਟ ਉਸ ਅਕੋਰਡਿੰਗ ਡਿਵਾਈਡ ਕਰਾਂਗੇ ਜਿਹਦੇ ਨਾਲ ਕੰਮ ਕੀ ਹੋ ਜਾਵੇ, ਸੌਖਾ ਹੋ ਜਾਵੇ ਕਿ ਕਿਸ ਨੂੰ ਅਸੀਂ ਕਿੰਨਾ ਕੰਮ ਵੰਡਣਾ ਹੈਗਾ। ਫਿਰ ਅਸੀਂ ਕੀ ਕਰਾਂਗੇ ਫੰਕਸ਼ਨ ਦੇ ਆਧਾਰ ਦੇ ਉੱਤੇ ਕਿ ਕੰਮ ਕਿਹੜੇ ਕਿਹੜੇ ਨੇ, ਕੰਮ ਦੇ ਆਧਾਰ 'ਤੇ ਡਿਪਾਰਟਮੈਂਟ ਬਣਾਉਣੇ ਨੇ ਕਿ ਕਿਹੜਾ ਡਿਪਾਰਟਮੈਂਟ ਕਿਹੜਾ ਕੰਮ ਕਰੂਗਾ ਅਤੇ ਕਿਸ ਨੇ ਕਰਨਾ ਹੈਗਾ। ਬਾਈ ਨੰਬਰਸ ਦੇ ਵਿੱਚ ਕੀ ਹੈ ਕਿ ਅਸੀਂ ਗਰੁੱਪ ਆਫ ਪਰਸਨ ਲਾਏ ਹੋਏ ਨੇ ਕੰਮ ਕਰਨ ਵਾਸਤੇ, ਤਾਂ ਉਹਨਾਂ ਪਰਸਨਸ ਨੂੰ ਅਸੀਂ ਘਟਾ ਵੀ ਸਕਦੇ ਹਾਂ ਅਤੇ ਵਧਾ ਵੀ ਸਕਦੇ ਹਾਂਗੇ। ਤਾਂ ਉਹ ਕੰਮ ਕਿਹਦਾ ਸੀਗਾ, ਮੈਥਡਸ ਆਫ ਡਿਪਾਰਟਮੈਂਟੇਸ਼ਨ ਦਾ। ਨੈਕਸਟ ਸਾਡਾ ਟੌਪਿਕ ਆ ਗਿਆ ਜੀ ਫੈਕਟਰਸ ਔਰ ਚੁਆਇਸ ਆਫ ਮੈਥਡਸ ਆਫ ਡਿਪਾਰਟਮੈਂਟੇਸ਼ਨ, ਕਿ ਕਿਹੜੇ ਕਿਹੜੇ ਫੈਕਟਰ ਨੇਗੇ ਜਾਂ ਕਿਹੜੇ ਕਿਹੜੇ ਚੁਆਇਸ ਆਫ ਮੈਥਡ ਨੇ ਡਿਪਾਰਟਮੈਂਟੇਸ਼ਨ ਵਾਸਤੇ, ਉਹ ਦੱਸਣੇ ਨੇ ਕੀ ਹੈ। ਸਭ ਤੋਂ ਪਹਿਲਾਂ ਆ ਗਿਆ ਇਕੋਨਮੀ। ਇਕੋਨਮੀ ਦਾ ਮਤਲਬ ਕੀ ਹੈਗਾ ਕਿ ਪੈਸਾ। ਤਾਂ ਪੈਸੇ ਦੇ ਵਿੱਚ ਅਸੀਂ ਕੀ ਗੱਲ ਕਰਦੇ ਹਾਂ ਕਿ ਜੇਕਰ ਆਪਾਂ ਨੂੰ ਏਰੀਏ ਦੇ ਅਕੋਰਡਿੰਗ ਡਿਪਾਰਟਮੈਂਟ ਦੀ ਜ਼ਰੂਰਤ ਹੈ ਤਾਂ ਅਸੀਂ ਕੀ ਕਰਾਂਗੇ, ਇਕੋਨਮਿਕ ਦਾ ਧਿਆਨ ਰੱਖਾਂਗੇ ਕਿ ਅਸੀਂ ਕਿੰਨਾ ਕੁ ਪੈਸਾ ਲਾਉਣਾ ਹੈ। ਜੇਕਰ ਕਹਿੰਦੇ ਆਪਾਂ ਨੂੰ ਏਰੀਏ ਦੇ ਅਕੋਰਡਿੰਗ ਡਿਪਾਰਟਮੈਂਟ ਦੀ ਜ਼ਰੂਰਤ ਹੈਗੀ, ਠੀਕ ਹੈ, ਤਾਂ ਅਸੀਂ ਦੇਖਾਂਗੇ ਕਿ ਅਸੀਂ ਕਿੰਨਾ ਕੁ ਪੈਸਾ ਲਾ ਸਕਦੇ ਹਾਂਗੇ। ਤਾਂ ਉੱਥੇ ਅਸੀਂ ਗੱਲ ਕਰਾਂਗੇ ਫੈਕਟਰ ਕਿਹੜਾ ਕੰਮ ਆਉਂਦਾ, ਇਕੋਨਮੀ ਫੈਕਟਰ ਕੰਮ ਆਉਂਦਾ ਕਿ ਅਸੀਂ ਦੇਖਣਾ ਹੈ ਕਿ ਪੈਸਾ ਅਸੀਂ ਕਿੰਨਾ ਕੁ ਮਤਲਬ ਇਨਵੈਸਟ ਕਰ ਸਕਦੇ ਹਾਂ, ਕੀ ਕਰਨਾ ਹੈ। ਸੈਕਿੰਡ ਆ ਗਿਆ ਜੀ ਸਾਡਾ ਓਪਰੇਸ਼ਨ ਹੈਗਾ ਜਿਹੜਾ ਕੰਟਰੋਲ। ਕੰਟਰੋਲ ਦੇ ਵਿੱਚ ਕੀ ਹੈ, ਕਹਿੰਦੇ ਜੇਕਰ ਕੰਮ ਡਿਪਾਰਟਮੈਂਟ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਤਾਂ ਅਸੀਂ ਦੇਖਣਾ ਕਿ ਇੰਸਟੀਟਿਊਸ਼ਨ ਦੇ ਵਿੱਚ ਕਿੱਦਾਂ ਕੰਟਰੋਲ ਕਰਨਾ ਉਸਨੂੰ। ਹੁਣ ਕੋਈ ਵੀ ਹੈ ਸਾਡਾ ਕਾਲਜ ਹੈ ਤਾਂ ਉਹ ਅੱਗੇ ਕਿੰਨੇ ਡਿਪਾਰਟਮੈਂਟ 'ਚ ਵੰਡਿਆ ਹੋਇਆ ਕਿ ਆਰਟਸ ਗਰੁੱਪ ਹੈ, ਕਮਰਸ ਗਰੁੱਪ ਹੈਗਾ, ਠੀਕ ਹੈ ਜੀ, ਨੋਨ ਮੈਡੀਕਲ ਹੈ, ਜਾਂ ਕੋਈ ਵੀ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਤਾਂ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਸਾਡੇ ਇੰਸਟੀਟਿਊਸ਼ਨ ਨੇ ਉਹਨੂੰ ਚਲਾਉਣਾ ਹੈਗਾ, ਤਾਂ ਉਹ ਸਾਰਾ ਕੰਮ ਕਿਹਦੇ ਵਿੱਚ ਕਰਨਾ ਅਸੀਂ, ਕੰਟਰੋਲ ਦੇ ਵਿੱਚ ਆ ਜਾਏਗਾ। ਨੈਕਸਟ ਆ ਗਿਆ ਜੀ ਸਾਡਾ ਓਬਜੈਕਟ। ਥਰਡ ਪੁਆਇੰਟ ਸਾਡਾ ਹੈ ਓਬਜੈਕਟ। ਤਾਂ ਓਬਜੈਕਟ ਦੇ ਵਿੱਚ ਅਸੀਂ ਕੀ ਕਰਨਾ ਹੈਗਾ ਜੀ, ਕਹਿੰਦੇ ਵਾਈਲ ਕ੍ਰੀਏਟਿੰਗ ਡਿਪਾਰਟਮੈਂਟਸ ਓਬਜੈਕਟ ਆਫ ਐਨ ਐਂਟਰਪ੍ਰਾਈਜ਼ ਮਸਟ ਬੀ ਕੰਸੀਡਰ। ਕਹਿੰਦੇ ਕੋਈ ਵੀ ਡਿਪਾਰਟਮੈਂਟ ਬਣੇ ਹੋਏ ਨੇ ਜਾਂ ਅਸੀਂ ਕੋਈ ਵੀ ਡਿਪਾਰਟਮੈਂਟ ਕ੍ਰੀਏਟ ਕਰ ਲਏ, ਪਰ ਸਭ ਦਾ ਕੀ ਹੈ, ਇੱਕ ਓਬਜੈਕਟਿਵ ਤਾਂ ਹੈਗਾ ਕਿਸੇ ਵੀ ਸੰਸਥਾ ਦਾ ਕਿ ਗੋਲ ਕੀ ਹੈ, ਉਸ ਤੱਕ ਅਸੀਂ ਪਹੁੰਚਣਾ ਹੈਗਾ, ਉਹਨੂੰ ਡੈਟਰਮਾਈਨ ਕਰਨਾ ਹੈਗਾ। ਦਾ ਟਾਈਪ ਆਫ ਡਿਪਾਰਟਮੈਂਟ ਕਿ ਕਿਸ ਟਾਈਪ ਦੇ ਡਿਪਾਰਟਮੈਂਟ ਨੂੰ ਕਿਹੜੀ ਚੀਜ਼ ਦਾ ਗੋਲ ਹੈ, ਕੀ ਟੀਚਾ ਉਹਨਾਂ ਦਾ, ਕੀ ਉਦੇਸ਼ ਹੈਗਾ। ਨੈਕਸਟ ਆ ਗਿਆ ਜੀ ਸਾਡਾ ਕੀ ਐਕਟੀਵਿਟੀਜ਼। ਕਹਿੰਦੇ ਕੀ ਐਕਟੀਵਿਟੀਜ਼ ਦੇ ਵਿੱਚ ਕੀ ਹੈ ਕਿ ਕਿਹੜਾ ਕੰਮ ਕਿਸ ਡਿਪਾਰਟਮੈਂਟ ਨੇ ਕਿਵੇਂ ਕਰਨਾ ਹੈਗਾ, ਉਹ ਕਿਹਦੇ ਉੱਤੇ ਆ ਗਿਆ, ਕੀ ਐਕਟੀਵਿਟੀਜ਼ ਦੇ ਵਿੱਚ। ਨੈਕਸਟ ਆ ਗਿਆ ਜੀ ਸਪੈਸ਼ਲਾਈਜੇਸ਼ਨ। ਸਪੈਸ਼ਲਾਈਜੇਸ਼ਨ ਦਾ ਮਤਲਬ ਕੀ ਹੈ ਕਿ ਡਿਪਾਰਟਮੈਂਟਸ ਕ੍ਰੀਏਟ ਕਰਨੀਆਂ ਨੇਗੀਆਂ, ਠੀਕ ਹੈ ਜੀ, ਤਾਂ ਅਸੀਂ ਦੇਖਣਾ ਕਿ ਕਿਹੜਾ ਪਰਸਨ ਕਿਸ ਐਕਟੀਵਿਟੀ ਨੂੰ ਪਰਫੈਕਟ ਹੈ, ਠੀਕ ਹੈ ਜੀ। ਤਾਂ ਆਪਾਂ ਦੇਖਾਂਗੇ ਕਿ ਕਿਹੜਾ ਬੰਦਾ ਇਸ ਡਿਪਾਰਟਮੈਂਟ ਨੂੰ ਵਧੀਆ ਤਰੀਕੇ ਨਾਲ ਚਲਾ ਸਕਦਾ ਜਾਂ ਇਸ ਕੰਮ ਨੂੰ ਕਰ ਸਕਦਾ ਹੈਗਾ, ਤਾਂ ਉਸ ਨੂੰ ਹੀ ਉਹੀ ਕੰਮ ਦਿੱਤਾ ਜਾਊਗਾ ਕਰਨ ਵਾਸਤੇ ਕਿ ਉਹ ਉਸ ਕੰਮ ਨੂੰ ਸਮੂਥਲੀ ਕਰ ਸਕੇ, ਤਾਂ ਉਸ ਨੂੰ ਅਸੀਂ ਕੀ ਬੋਲਾਂਗੇ, ਸਪੈਸ਼ਲਾਈਜੇਸ਼ਨ। ਨੈਕਸਟ ਆ ਗਿਆ ਜੀ ਸਾਡਾ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਦਾ ਮਤਲਬ ਕੀ ਹੈ ਕਿ ਇੱਕ ਡਿਪਾਰਟਮੈਂਟ ਨੂੰ ਦੂਜੇ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਸ਼ਨ ਨਾਲ ਕੰਮ ਕਰਨਾ ਚਾਹੀਦਾ ਕਿ ਆਪਸ 'ਚੋਂ ਮਿਲ ਜੁਲ ਕੇ ਕਿਵੇਂ ਕੰਮ ਕਰ ਰਹੇ ਨੇਗੇ, ਠੀਕ ਹੈ ਜੀ, ਤਾਂ ਉਸ ਨੂੰ ਅਸੀਂ ਕੀ ਬੋਲਾਂਗੇ, ਕੋਆਰਡੀਨੇਸ਼ਨ।
ਹੁਣ ਅਸੀਂ ਜਿਹੜੇ ਪੁਆਇੰਟ ਡਿਸਕਸ ਕੀਤੇ ਨੇ, ਮੈਂ ਦੁਬਾਰਾ ਫੈਕਟਰ ਡਿਸਕਸ ਕਰ ਰਹੀ ਹਾਂ। ਸਭ ਤੋਂ ਪਹਿਲਾਂ ਆ ਗਿਆ ਇਕੋਨਮੀ। ਇਕੋਨਮੀ ਦਾ ਮਤਲਬ ਹੈ ਕਿ ਅਸੀਂ ਪੈਸਾ ਕਿੰਨਾ ਇਨਵੈਸਟ ਕਰਨਾ ਹੈ ਕਿਸੇ ਵੀ ਆਪਣੇ ਬਿਜ਼ਨਸ ਵਾਸਤੇ ਜਾਂ ਕਿਸ ਤਰ੍ਹਾਂ ਵੀ। ਸੈਕਿੰਡ ਹੈ ਸਾਡਾ ਕੰਟਰੋਲ, ਕਿ ਸਾਰੇ ਡਿਪਾਰਟਮੈਂਟ ਨੂੰ ਅਸੀਂ ਕਿਸ ਤਰ੍ਹਾਂ ਡਿਵਾਈਡ ਕਰਨਾ ਹੈਗਾ, ਕਿਸ ਤਰ੍ਹਾਂ ਉਸਨੂੰ ਇੰਸਟੀਟਿਊਸ਼ਨ ਨੇ ਕੰਟਰੋਲ ਕਰਨਾ ਹੈਗਾ। ਆਬਜੈਕਟ ਕੀ ਹੈ, ਕਿ ਸਾਡਾ ਟੀਚਾ ਹੈ ਕਿ ਸਾਨੂੰ ਮੈਕਸੀਮਮ ਪ੍ਰੋਫਿਟ ਹੋਵੇ, ਉਸਨੂੰ ਅਚੀਵ ਕਰਨਾ ਹੈਗਾ। ਕੀ ਐਕਟੀਵਿਟੀਜ਼ ਦੇ ਵਿੱਚ ਕੀ ਹੈ ਕਿ ਕਿਹੜਾ ਕੰਮ ਕਿਸ ਡਿਪਾਰਟਮੈਂਟ ਨੇ ਕਿਵੇਂ ਕਰਨਾ ਹੈਗਾ। ਸਪੈਸ਼ਲਾਈਜੇਸ਼ਨ ਦੇ ਵਿੱਚ ਕੀ ਹੈ ਕਿ ਜਿਹੜੇ ਬੰਦੇ ਨੂੰ ਜਿਹੜਾ ਕੰਮ ਕਰਨਾ ਆਉਂਦਾ ਹੈ ਅਸੀਂ ਉਸ ਨੂੰ ਹੀ ਉਹੀ ਕੰਮ ਦੇਣਾ, ਕਿ ਤਾਂ ਜੋ ਉਸ ਨੂੰ ਸਮੂਥਲੀ ਕਰ ਸਕੇ। ਨੈਕਸਟ ਕੀ ਹੈ ਸਾਡਾ ਕੋਆਰਡੀਨੇਸ਼ਨ। ਕੋਆਰਡੀਨੇਸ਼ਨ ਦੇ ਵਿੱਚ ਕੀ ਹੈ ਕਿ ਇੱਕ ਡਿਪਾਰਟਮੈਂਟ ਨੂੰ ਦੂਜੇ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਸ਼ਨ ਨਾਲ ਕੰਮ ਕਰਨਾ ਚਾਹੀਦਾ ਹੈਗਾ, ਤਾਂ ਜੋ ਉਹ ਮਿਲ ਜੁਲ ਕੇ ਆਪਣਾ ਸਾਰਾ ਕੰਮ ਕਰ ਸਕਣ।